ਮੰਮੀ ਜੀ, ਤੁਸੀਂ ਜਾਣਦੇ ਹੀ ਹੋ ਕਿ ਕੁਝ ਦਿਨਾਂ ਬਾਅਦ ਸਾਡੇ ਘਰ ਨੰਨਾ ਮੁੰਨਾ ਮਹਿਮਾਨ ਆਉਣ ਵਾਲਾ ਹੈ, ਸਾਡਾ ਬੱਚਾ। ਪਰ ਇਸ ਟਾਈਮ ਸਾਡੀ ਫੁੱਲ ਟਾਈਮ ਕੰਮ ਕਰਨ ਵਾਲੀ ਨੌਕਰਾਣੀ ਵੀ ਆਪਣੇ ਪਿੰਡ ਚਲੀ ਗਈ। ਇਹ ਕਹਿ ਕੇ ਗਈ ਕਿ ਉਹ 2 ਮਹੀਨਿਆਂ ਬਾਅਦ ਆਏਗੀ। ਹੁਣ ਇੰਨੀ ਜਲਦੀ ਕੋਈ ਹੋਰ ਕੰਮ ਵਾਲੀ ਵੀ ਨਹੀਂ ਲੱਭਣੀ ਅਤੇ ਤੁਸੀਂ ਵੀ ਭਰਾ ਦੇ ਕੋਲ ਜਾ ਕੇ ਕੈਨੇਡਾ ਬਹਿ ਗਏ ਹੋ। ਕੁਦਰਤ ਨੇ ਪਰੇਸ਼ਾਨ ਹੁੰਦੇ ਹੋਏ ਆਪਣੀ ਮਾਂ ਨੂੰ ਕਿਹਾ ਤਾਂ ਮਾਂ ਬੋਲੀ, ਤਾਂ ਇਸ ਵਿੱਚ ਪਰੇਸ਼ਾਨ ਹੋਣ ਵਾਲੀ ਕਿਹੜੀ ਗੱਲ ਆ? ਕੋਈ ਨਵੀਂ ਨੌਕਰਾਨੀ ਲੱਭਣ ਦੀ ਜ਼ਰੂਰਤ ਨਹੀਂ ਤੈਨੂੰ। ਤੇਰੀ ਸੱਸ ਹੈ ਨਾ, ਉਹ ਕਿਸ ਦਿਨ ਕੰਮ ਆਵੇਗੀ। ਚੰਗੀ ਭਲੀ ਤਾਂ ਹੈ ਅਜੇ ਮੇਰੀ ਕੁੜਮਣੀ। ਤੂੰ ਵੀ ਤਾਂ ਉਹਨਾਂ ਨੂੰ ਦਾਦੀ ਬਣਾਉਣ ਜਾ ਰਹੀ ਏ। ਇੰਨਾ ਤਾਂ ਕਰ ਹੀ ਸਕਦੀ ਆ ਨਾ ਉਹ ਤੇਰੇ ਲਈ। ਜਦੋਂ ਤੱਕ ਤੈਨੂੰ ਜ਼ਰੂਰਤ ਆ ਉਦੋਂ ਤੱਕ ਤੂੰ ਕੰਮ ਕਰਵਾ ਲੈ, ਫਿਰ ਉਹਨਾਂ ਨੂੰ ਭੇਜ ਦਈਂ ਆਪਣੇ ਘਰ। ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਕੁਦਰਤ ਦੇ ਅੱਖਾਂ ਵਿੱਚ ਚਮਕ ਆ ਗਈ। ਮਾਂ, ਇਹ ਤਾਂ ਬਹੁਤ ਵਧੀਆ ਆਈਡੀਆ ਦਿੱਤਾ ਤੁਸੀਂ। ਸ਼ਾਮ ਨੂੰ ਜਦੋਂ ਕੁਦਰਤ ਦਾ ਘਰ ਵਾਲਾ ਘਰ ਆਇਆ ਤਾਂ ਕੁਦਰਤ ਭੋਲੀ ਜਿਹੀ ਬਣ ਕੇ ਉਸ ਨੂੰ ਚਾਹ ਦੇਣ ਲੱਗੀ। ਅਰੇ ਕੁਦਰਤ, ਕੀ ਹੋਇਆ? ਇੰਨੀ ਉਦਾਸ ਕਿਉਂ ਏ? ਮੈਂ ਸੋਚ ਰਹੀ ਸੀ ਕਿ ਆਪਾਂ ਮੰਮੀ ਪਾਪਾ ਨੂੰ ਕੁਝ ਸਮੇਂ ਲਈ ਇੱਥੇ ਬੁਲਾ ਲੈਂਦੇ, ਪਰ ਉਹ ਜਦੋਂ ਪਿਛਲੀ ਵਾਰ ਅਵਿਰਾਜ ਹੋਇਆ ਸੀ ਉਸ ਦੀ ਵਜ੍ਹਾ ਨਾਲ ਕਿਤੇ ਸਾਸੂ ਮਾਂ ਨਾਰਾਜ਼ ਤਾਂ ਨਹੀਂ? ਅਰੇ ਨਹੀਂ, ਮੈਂ ਆਪਣੇ ਮੰਮੀ ਪਾਪਾ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਸਾਡੇ ਬੁਲਾਉਣ 'ਤੇ ਉਹ ਉਸੇ ਟਾਈਮ ਹੀ ਭੱਜੇ ਚਲੇ ਆਉਣਗੇ ਦੋਨੋਂ। ਉਦੋਂ ਹੀ ਕੁਦਰਤ ਦੇ ਘਰ ਵਾਲੇ ਨੇ ਆਪਣੀ ਮਾਂ ਨੂੰ ਫੋਨ ਲਗਾ ਲਿਆ। ਉਸ ਦੀ ਮਾਂ ਨੇ ਫੋਨ ਚੁੱਕਿਆ ਤਾਂ ਹੈਲੋ ਕਿਹਾ। ਆਪਣੇ ਪੁੱਤਰ ਦੀ ਆਵਾਜ਼ ਸੁਣ ਕੇ ਪਰਮਜੀਤ ਖੁਸ਼ ਹੋ ਗਈ ਤੇ ਆਪਣੇ ਘਰ ਵਾਲੇ ਨਿਹਾਲ ਸਿੰਘ ਨੂੰ ਆਵਾਜ਼ ਮਾਰਨ ਲੱਗੀ। ਅਜੀ ਸੁਣਦੇ ਹੋ, ਅੱਜ ਕਰਮਜੀਤ ਦਾ ਫੋਨ ਆਇਆ ਸੀ। ਨਿਹਾਲ ਸਿੰਘ ਦਾ ਜਿਵੇਂ ਕੋਈ ਖੁਸ਼ੀ ਦਾ ਟਿਕਾਣਾ ਹੀ ਨਾ ਰਿਹਾ ਹੋਵੇ। ਅੱਛਾ, ਇੰਨੇ ਦਿਨਾਂ ਬਾਅਦ ਯਾਦ ਤਾਂ ਕੀਤਾ ਉਸਨੇ। ਕੀ ਕਹਿੰਦਾ ਸੀ? ਠੀਕ ਤਾਂ ਹੈ ਉੱਥੇ ਸਭ? ਦਰਅਸਲ ਨੂੰਹ ਦੀ ਡਿਲੀਵਰੀ ਦਾ ਟਾਈਮ ਨਜ਼ਦੀਕ ਆ ਰਿਹਾ ਹੈ, ਤਾਂ ਕਰਕੇ ਆਪਣੇ ਘਰ ਬੁਲਾ ਰਿਹਾ ਸਾਨੂੰ ਦੋਹਾਂ ਨੂੰ। ਪਰ ਅਚਾਨਕ ਹੀ ਪਰਮਜੀਤ ਪਿਛਲੀਆਂ ਗੱਲਾਂ ਨੂੰ ਯਾਦ ਕਰਕੇ ਉਦਾਸ ਹੋ ਗਈ। ਪਿਛਲੇ ਸਾਲ ਹੀ ਪਰਮਜੀਤ ਅਤੇ ਨਿਹਾਲ ਸਿੰਘ ਆਪਣੇ ਨੂੰਹ ਪੁੱਤਰ ਦੇ ਘਰ ਕੁਝ ਦਿਨ ਗੁਜ਼ਾਰਨ ਲਈ ਗਏ ਸੀ। ਉਹਨਾਂ ਦੀ ਨੂੰਹ ਕੁਦਰਤ ਜਾਣ ਚੁੱਕੀ ਸੀ ਕਿ ਉਸ ਦੀ ਸੱਸ ਸਿੱਧੀ ਸਾਦੀ ਹੈ, ਤਾਂ ਉਸ ਨੇ ਇਸ ਗੱਲ ਦਾ ਫਾਇਦਾ ਚੁੱਕਣਾ ਸ਼ੁਰੂ ਕਰ ਦਿੱਤਾ। ਆਪ ਸਾਰਾ ਦਿਨ ਇੱਧਰ ਉੱਧਰ ਘੁੰਮਦੀ ਫਿਰਦੀ ਤੇ ਸਾਰਾ ਘਰ ਦਾ ਕੰਮ ਆਪਣੀ ਸੱਸ ਸਿਰ ਪਾ ਦਿੰਦੀ। ਪਰ ਨਿਹਾਲ ਸਿੰਘ ਨੂੰ ਇਹ ਸਭ ਕੁਝ ਚੰਗਾ ਨਾ ਲੱਗਿਆ, ਤਾਂ ਉਸ ਨੇ ਆਪਣੀ ਨੂੰਹ ਕੁਦਰਤ ਨੂੰ ਕਿਹਾ, ਤੇਰੀ ਮੰਮੀ ਦੀ ਉਮਰ ਵਡੇਰੀ ਆ, ਉਹ ਕੰਮ ਕਰਦੀ ਥੱਕ ਜਾਂਦੀ, ਥੋੜ੍ਹਾ ਬਹੁਤ ਕੰਮ ਤੂੰ ਵੀ ਨਾਲ ਕਰਵਾ ਲਿਆ ਕਰ। ਇੰਨਾ ਕਹਿਣ ਦੀ ਦੇਰ ਸੀ ਤਾਂ ਕੁਦਰਤ ਨੇ ਹੰਗਾਮਾ ਖੜਾ ਕਰ ਦਿੱਤਾ ਅਤੇ ਆਪਣੇ ਸਹੁਰੇ ਨੂੰ ਬਹੁਤ ਖਰੀਆਂ ਖੋਟੀਆਂ ਸੁਣਾਈਆਂ। ਪਰ ਪਰਮਜੀਤ ਤੇ ਨਿਹਾਲ ਸਿੰਘ ਚੁੱਪਚਾਪ ਖੜੇ ਸਹਿਣ ਕਰਦੇ ਰਹੇ ਅਤੇ ਕਰਮਜੀਤ ਆਪਣੀ ਪਤਨੀ ਦੇ ਸਾਹਮਣੇ ਕੁਝ ਵੀ ਬੋਲ ਨਾ ਸਕਿਆ। ਨਿਹਾਲ ਸਿੰਘ ਤੇ ਪਰਮਜੀਤ ਆਪਣੇ ਘਰ ਵਾਪਸ ਆ ਗਏ ਸੀ। ਪਰਮਜੀਤ ਪਿਛਲੀਆਂ ਯਾਦਾਂ ਵਿੱਚ ਗੁੰਮ ਸੀ। ਇੰਨੇ ਵਿੱਚ ਨਿਹਾਲ ਸਿੰਘ ਬੋਲਿਆ, ਅਰੇ ਪਰਮਜੀਤ, ਕਿੰਨਾਂ ਗੱਲਾਂ ਵਿੱਚ ਖੋ ਗਈ ਤੂੰ? ਅਜੇ ਤੱਕ ਸੋਚੀ ਹੀ ਜਾਨੀ ਏ। ਜਲਦੀ ਕਰ, ਸਮਾਨ ਪੈਕ ਕਰ। ਨਿਹਾਲ ਸਿੰਘ ਨੇ ਕਿਹਾ, ਠੀਕ ਹੈ ਜੀ, ਮੈਂ ਜਰਾ ਜੀਤਾ ਨੂੰ ਕਹਿ ਕੇ ਆਉਂਦੀ ਹਾਂ। ਅਸੀਂ ਕੁਝ ਸਮੇਂ ਲਈ ਆਪਣੇ ਪੁੱਤਰ ਦੇ ਘਰ ਜਾ ਰਹੇ ਹਾਂ। ਜੀਤਾ ਅਤੇ ਵਿਸ਼ਾਲ ਆਪਣੇ ਗੋਲੂ ਪੁੱਤ ਨਾਲ ਨਿਹਾਲ ਸਿੰਘ ਦੇ ਘਰ ਕਿਰਾਏ 'ਤੇ ਰਹਿੰਦੇ ਸੀ। ਉਹ ਦੋਵੇਂ ਘਰ ਪਰ ਟਿਫਨ ਸਰਵਿਸ ਦਾ ਕੰਮ ਕਰਦੇ ਸੀ। ਨੇੜੇ ਹੀ ਕੁੜੀਆਂ ਦਾ ਹੋਸਟਲ ਸੀ, ਇਸ ਕਰਕੇ ਉਹਨਾਂ ਦਾ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ ਸੀ। ਅਰੇ ਜੀਤਾ, ਉਹ ਜੀਤਾ, ਘਰ ਹੀ ਏ? ਪਰਮਜੀਤ ਨੇ ਉਹਨਾਂ ਦੇ ਦਰਵਾਜ਼ੇ 'ਤੇ ਜਾ ਕੇ ਆਵਾਜ਼ ਲਗਾਈ। ਜੀ ਆਂਟੀ ਜੀ, ਜੀਤਾ ਰਸੋਈ ਵਿੱਚੋਂ ਬਾਹਰ ਆਈ। ਅਰੇ ਜੀਤਾ, ਮੈਂ ਆਪਣੇ ਪੁੱਤਰ ਦੇ ਘਰ ਜਾ ਰਹੀ ਹਾਂ। ਮੈਂ ਦਾਦੀ ਬਣਨ ਵਾਲੀ ਹਾਂ। ਅਰੇ ਵਾਹ ਆਂਟੀ ਜੀ, ਇਹ ਤਾਂ ਬਹੁਤ ਹੀ ਖੁਸ਼ੀ ਵਾਲੀ ਗੱਲ ਆ। ਜੀਤਾ ਬੋਲੀ, ਹਾਂ ਜੀਤਾ, ਸਾਡੇ ਪੁੱਤਰ ਨੇ ਪੂਰੇ 6 ਮਹੀਨੇ ਦੀ ਤਿਆਰੀ ਕਰਕੇ ਆਉਣ ਲਈ ਕਿਹਾ ਏ।
ਆਪਣੀ ਸਾਰੀ ਤਿਆਰੀ ਕਰਕੇ ਦੋਨੋਂ ਜਾਣੇ ਦੁਪਹਿਰ ਦੀ ਟ੍ਰੇਨ 'ਤੇ ਆਪਣੇ ਪੁੱਤਰ ਕੋਲ ਜਾਣ ਲਈ ਰਵਾਨਾ ਹੋ ਗਏ। ਉਧਰ ਕਰਮਜੀਤ ਵੀ ਉਹਨਾਂ ਨੂੰ ਸਟੇਸ਼ਨ ਤੋਂ ਗੱਡੀ ਵਿੱਚ ਬਿਠਾ ਕੇ ਘਰ ਲੈ ਗਿਆ। ਜਿਵੇਂ ਹੀ ਘਰ ਪਹੁੰਚੇ ਤਾਂ ਨੂੰਹ ਨਾਲ ਮਿਲ ਕੇ ਪਰਮਜੀਤ ਅਤੇ ਨਿਹਾਲ ਸਿੰਘ ਆਪਣੇ ਸਾਰੇ ਮਨਮੁਟਾਵ ਮਿਟਾ ਕੇ ਕੁਦਰਤ ਨੂੰ ਬਹੁਤ ਸਾਰੇ ਆਸ਼ੀਰਵਾਦ ਦਿੱਤੇ। ਪਰਮਜੀਤ ਨੇ ਘਰ ਪਹੁੰਚਦਿਆਂ ਹੀ ਸਾਰੇ ਘਰ ਦੇ ਕੰਮਾਂ ਦੀ ਜ਼ਿੰਮੇਵਾਰੀ ਲੈ ਲਈ। ਸਾਰਾ ਕੰਮ ਜੋ ਕੰਮ ਵਾਲੀ ਬਾਈ ਦੇ ਗੈਰ ਮੌਜੂਦਗੀ ਵਿੱਚ ਬਿਖਰਿਆ ਹੋਇਆ ਸੀ, ਪਰਮਜੀਤ ਨੇ ਉਹ ਕੰਮ ਸਾਰਾ ਫੁਰਤੀ ਨਾਲ ਮੁਕਾ ਲਿਆ। ਨੂੰਹ ਦੀਆਂ ਗੱਲਾਂ ਵਿੱਚ ਤਾਂ ਜਿਵੇਂ ਮਿਸ਼ਰੀ ਹੀ ਘੁਲ ਗਈ ਹੋਵੇ। ਸਾਰਾ ਦਿਨ ਮਾਂ ਜੀ ਕਹਿ ਕੇ ਉਹਨਾਂ ਤੋਂ ਸਾਰਾ ਕੰਮ ਕਰਵਾ ਲੈਂਦੀ ਸੀ। ਕੁਝ ਦਿਨਾਂ ਬਾਅਦ ਕੁਦਰਤ ਨੇ ਇੱਕ ਬੇਟੀ ਨੂੰ ਜਨਮ ਦਿੱਤਾ। ਦਾਦਾ ਦਾਦੀ ਦੇ ਤਾਂ ਜਿਵੇਂ ਪੈਰ ਹੀ ਭੋਏ 'ਤੇ ਨਹੀਂ ਲੱਗ ਰਹੇ ਸਨ। ਪਰਮਜੀਤ ਆਪਣੀ ਪੋਤਰੀ ਨੂੰ ਦੇਖ ਕੇ ਬੋਲੀ, ਹੈ ਜੀ, ਇਹ ਤਾਂ ਜਮਾਂ ਮੇਰੇ 'ਤੇ ਹੀ ਗਈ ਆ। ਜੀ ਨਹੀਂ, ਮੇਰੀ ਪੋਤੀ ਆ, ਇਸ ਦੇ ਨੈਣ ਨਕਸ਼ ਤਾਂ ਮੇਰੇ 'ਤੇ ਨੇ, ਨਿਹਾਲ ਸਿੰਘ ਬੋਲਿਆ। ਇਸ ਨੇ ਤਾਂ ਮੈਨੂੰ ਗਿੱਲਾ ਕਰ ਦਿੱਤਾ, ਨਿਹਾਲ ਸਿੰਘ ਆਪਣੀ ਪੋਤੀ ਪਰਮਜੀਤ ਨੂੰ ਫੜਾਉਂਦੇ ਹੋਏ ਬੋਲੇ। ਹਸਪਤਾਲ ਦੇ ਵਿੱਚ ਨੇੜੇ ਬੈਠੇ ਸਾਰੇ ਲੋਕ ਹੱਸਣ ਲੱਗ ਪਏ। ਬੇਟੀ ਹੋਣ ਤੋਂ ਬਾਅਦ ਪਰਮਜੀਤ ਨੇ ਆਪਣੀ ਨੂੰਹ ਕੁਦਰਤ ਦੀ ਬਹੁਤ ਸਾਂਭ ਸੰਭਾਲ ਕੀਤੀ। ਬੱਚੀ ਦਾ ਖਿਆਲ ਰੱਖਣਾ, ਰਸੋਈ ਦਾ ਕੰਮ ਕਰਨਾ ਅਤੇ ਸਾਰੇ ਘਰ ਦਾ ਵੀ ਕੰਮ ਕਰਨਾ ਅਤੇ ਨੂੰਹ ਲਈ ਅਲੱਗ ਤੋਂ ਖਾਣਾ ਪਕਾਉਣਾ। ਪਰਮਜੀਤ ਦੀ ਉਮਰ ਵੀ ਕਾਫੀ ਹੋ ਚੁੱਕੀ ਸੀ, ਫਿਰ ਵੀ ਨੂੰਹ ਨੂੰ ਕੋਈ ਤਕਲੀਫ ਨਾ ਹੋਵੇ ਇਹ ਸੋਚ ਕੇ ਸਾਰਾ ਦਿਨ ਆਪਣੀ ਨੂੰਹ ਅਤੇ ਪੋਤੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੀ। ਪਰਮਜੀਤ ਦੇ ਗੋਡਿਆਂ ਵਿੱਚ ਬਹੁਤ ਦਰਦ ਰਹਿੰਦਾ ਸੀ। ਇਸ ਦੇ ਬਾਵਜੂਦ ਵੀ ਸਾਰਾ ਕੰਮ ਬੜੀ ਕੁਸ਼ਲਤਾ ਦੇ ਨਾਲ ਕਰ ਰਹੀ ਸੀ। ਦੇਖਦੇ ਹੀ ਦੇਖਦੇ 2 ਮਹੀਨੇ ਬੀਤ ਗਏ। ਪੋਤੀ ਦੇ ਲਾਡ ਦੁਲਾਰ ਵਿੱਚ ਪਰਮਜੀਤ ਅਤੇ ਨਿਹਾਲ ਸਿੰਘ ਦਾ ਸਮਾਂ ਕਿਵੇਂ ਬੀਤਦਾ ਪਤਾ ਹੀ ਨਾ ਚੱਲਦਾ। ਹੌਲੀ ਹੌਲੀ ਬੱਚੀ ਨੂੰ ਵੀ ਆਪਣੇ ਦਾਦਾ ਦਾਦੀ ਦੇ ਹੱਥਾਂ ਦੀ ਪਹਿਚਾਣ ਹੋ ਗਈ। ਇਹ ਗੱਲ ਕੁਦਰਤ ਤੋਂ ਬਰਦਾਸ਼ਤ ਨਾ ਹੋਈ। ਕੁਝ ਦਿਨਾਂ ਬਾਅਦ ਕੁਦਰਤ ਦੇ ਕੰਮ ਵਾਲੀ ਆਪਣੇ ਪਿੰਡ ਤੋਂ ਵਾਪਸ ਆ ਗਈ। ਪਰਮਜੀਤ ਦੇ ਮਨਾ ਕਰਨ ਦੇ ਬਾਵਜੂਦ ਵੀ ਕੁਦਰਤ ਨੇ ਕਿਹਾ ਕਿ ਮੰਮੀ ਜੀ ਵੀ ਥੱਕ ਜਾਂਦੇ ਨੇ ਸਾਰਾ ਦਿਨ ਕੰਮ ਕਰਕੇ, ਤੂੰ ਹੁਣ ਕੰਮ 'ਤੇ ਆ ਜਾਇਆ ਕਰ। ਇੱਕ ਦਿਨ ਪਰਮਜੀਤ ਕੁੜੀ ਨੂੰ ਬੋਤਲ ਨਾਲ ਦੁੱਧ ਪਿਲਾ ਰਹੇ ਸੀ ਤਾਂ ਉਸ ਨੂੰ ਉੱਥੋਂ ਆ ਗਿਆ ਤੇ ਬੱਚੀ ਨੇ ਉਲਟੀ ਕਰ ਦਿੱਤੀ। ਬਸ ਫੇਰ ਕੀ ਸੀ, ਕੁਦਰਤ ਨੂੰ ਜਿਵੇਂ ਬਹਾਨਾ ਮਿਲ ਗਿਆ ਆਪਣੀ ਸੱਸ 'ਤੇ ਬਰਸਣ ਦਾ। ਦੋਵਾਂ ਜਾਣਿਆਂ ਨੇ ਬੱਚੀ ਦੀ ਜ਼ਿੰਮੇਵਾਰੀ ਕੰਮ ਵਾਲੀ ਬਾਈ ਨੂੰ ਦੇ ਦਿੱਤੀ। ਪਰਮਜੀਤ ਦਾ ਮੋਹ ਆਪਣੀ ਪੋਤਰੀ ਨਾਲ ਬਹੁਤ ਜ਼ਿਆਦਾ ਸੀ। ਕਦੀ ਕਦੀ ਉਹ ਉਹਨਾਂ ਤੋਂ ਚੋਰੀ ਆਪਣੀ ਪੋਤਰੀ ਨੂੰ ਚੁੱਕ ਲੈਂਦੀ। ਇੱਕ ਦਿਨ ਜਦ ਨੂੰਹ ਤੇ ਪੁੱਤਰ ਕਿਸੇ ਕੰਮ ਲਈ ਬਾਹਰ ਗਏ ਤਾਂ ਬੱਚੀ ਨੂੰ ਕੰਮ ਵਾਲੀ ਬਾਈ ਨੂੰ ਸੌਂਪ ਕੇ ਚਲੇ ਗਏ। ਬੱਚੀ ਇੰਨਾ ਜ਼ਿਆਦਾ ਰੋ ਰਹੀ ਸੀ ਕਿ ਕੰਮ ਵਾਲੀ ਬਾਈ ਬਹੁਤ ਕੋਸ਼ਿਸ਼ ਕਰਦੀ ਪਰ ਬੱਚੀ ਚੁੱਪ ਨਾ ਹੋਈ। ਪਰਮਜੀਤ ਦੇ ਵੀ ਦਿਲ ਨੂੰ ਕੁਛ ਹੋ ਰਿਹਾ ਸੀ ਆਪਣੀ ਪੋਤਰੀ ਨੂੰ ਰੋਂਦੇ ਹੋਏ ਦੇਖ ਦੇਖ ਕੇ। ਪਰਮਜੀਤ ਨੇ ਜਾ ਕੇ ਬੱਚੀ ਕੰਮ ਵਾਲੀ ਬਾਈ ਦੇ ਹੱਥੋਂ ਖੋਹ ਲਈ ਤੇ ਉਸ ਨਾਲ ਲਾਡ ਦੁਲਾਰ ਕਰਨ ਲੱਗੀ ਤਾਂ ਬੱਚੀ ਉਸ ਨੂੰ ਦੇਖ ਕੇ ਥੋੜਾ ਜਿਹਾ ਮੁਸਕਰਾਈ। ਜਦੋਂ ਪਰਮਜੀਤ ਦੇ ਨੂੰਹ ਪੁੱਤਰ ਘਰ ਆਏ ਤਾਂ ਕੰਮ ਵਾਲੀ ਬਾਈ ਨੇ ਉਹਨਾਂ ਦੇ ਕੰਨ ਭਰ ਦਿੱਤੇ ਕਿ ਜਦੋਂ ਮੇਰੀ ਜ਼ਰੂਰਤ ਹੀ ਨਹੀਂ ਸੀ ਤਾਂ ਤੁਸੀਂ ਮੈਨੂੰ ਕੰਮ 'ਤੇ ਕਿਉਂ ਰੱਖਿਆ। ਮੈਂ ਬੱਚੀ ਨੂੰ ਖੜਾ ਰਹੀ ਸੀ, ਤੁਹਾਡੇ ਸੱਸ ਸਹੁਰੇ ਨੇ ਬੱਚੀ ਮੇਰੇ ਹੱਥੋਂ ਖੋਹ ਲਈ। ਦੋਨੋਂ ਪਤੀ ਪਤਨੀ ਹੀ ਪਰਮਜੀਤ ਉੱਤੇ ਬਰਛ ਗਏ ਤੇ ਆਪਣੀ ਨੌਕਰਾਨੀ ਨੂੰ ਮਨਾਉਣ ਲੱਗੇ। ਪਰਮਜੀਤ ਕਮਰੇ ਵਿੱਚ ਚਲੀ ਗਈ ਤਾਂ ਉੱਥੇ ਜਾ ਕੇ ਉੱਚੀ ਉੱਚੀ ਰੋਣ ਲੱਗ ਪਈ। ਉਸ ਦੇ ਦਿਲ ਵਿੱਚ ਖਿਆਲ ਆਉਣ ਲੱਗੇ ਕਿ ਨੂੰਹ ਤਾਂ ਪਰਾਈ ਘਰ ਤੋਂ ਆਈ ਪਰ ਪੁੱਤਰ ਤਾਂ ਮੇਰਾ ਆਪਣਾ ਹੀ ਸੀ ਨਾ। ਹੁਣ ਤਾਂ ਸ਼ਰਮ ਆਉਂਦੀ ਆ ਮੈਨੂੰ ਉਸ ਨੂੰ ਆਪਣਾ ਪੁੱਤਰ ਕਹਿੰਦੇ ਹੋਏ, ਪਰ ਪੋਤਰੀ ਦੇ ਮੋਹ ਕਰਕੇ ਇੱਥੇ ਰਹਿਣਾ ਪੈਣਾ ਸੀ। ਅਸੀਂ ਇਹ ਘਰ ਵੀ ਨਹੀਂ ਛੱਡ ਸਕਦੇ ਸਾਂ। ਇੱਕ ਦਿਨ
ਕੁਦਰਤ ਦੀਆਂ ਕੁਝ ਸਹੇਲੀਆਂ ਆਈਆਂ ਤੇ ਪਰਮਜੀਤ ਸਾਰਾ ਕੰਮ ਕਰ ਰਹੀ ਸੀ। ਸਹੇਲੀਆਂ ਕਹਿਣ ਲੱਗੀਆਂ ਕਿ ਕੁਦਰਤ, ਤੈਨੂੰ ਇਸ ਤਰ੍ਹਾਂ ਦੀ ਨੌਕਰਾਨੀ ਕਿੱਥੋਂ ਮਿਲ ਗਈ? ਇਹੋ ਜਿਹੀ ਇੱਕ ਨੌਕਰਾਨੀ ਸਾਡੇ ਵਾਸਤੇ ਵੀ ਦੇਖ ਦੇ। ਇਸ ਦਾ ਹੱਥ ਤਾਂ ਕੰਮ ਕਰਨ ਵਿੱਚ ਬਹੁਤ ਸਾਫ਼ ਆ। ਕੁਦਰਤ ਅੱਗੋਂ ਕੁਝ ਨਾ ਬੋਲੀ ਤੇ ਹੱਸਣ ਲੱਗ ਪਈ। ਫਿਰ ਪਰਮਜੀਤ ਰਸੋਈ ਵਿੱਚੋਂ ਆਈ ਤੇ ਉਹਨਾਂ ਦੇ ਬਰਾਬਰ ਤੇ ਸੋਫੇ 'ਤੇ ਬੈਠ ਗਈ ਤਾਂ ਕਹਿਣ ਲੱਗੀ, ਪੁੱਤਰ ਜੀ, ਮੈਂ ਤੁਹਾਡੀ ਸਹੇਲੀ ਦੀ ਨੌਕਰਾਨੀ ਨਹੀਂ, ਸੱਸ ਆਂ। ਤਾਂ ਸਾਰੀਆਂ ਸਹੇਲੀਆਂ ਚੌਂਕ ਗਈਆਂ ਅਤੇ ਕੁਦਰਤ ਨੂੰ ਲਾਹਨਤਾਂ ਪਾਉਣ ਲੱਗ ਪਈਆਂ। ਜਦੋਂ ਉਸ ਦੀਆਂ ਸਹੇਲੀਆਂ ਚਲੀਆਂ ਗਈਆਂ ਤਾਂ ਕੁਦਰਤ ਨੇ ਕਾਫੀ ਸਾਰਾ ਹੰਗਾਮਾ ਖੜਾ ਕਰ ਦਿੱਤਾ ਤੇ ਪੁੱਤਰ ਵੀ ਮਾਂ ਦੀ ਸਾਈਡ ਲੈਣ ਦੀ ਬਜਾਏ ਆਪਣੇ ਘਰਵਾਲੀ ਦੀ ਸਾਈਡ ਲੈ ਰਿਹਾ ਸੀ ਤੇ ਕਹਿ ਰਿਹਾ ਸੀ, ਫਿਰ ਕੀ ਹੋਇਆ ਮਾਂ, ਤੈਨੂੰ ਕੀ ਲੋੜ ਸੀ ਇੱਕ ਨਿੱਕੀ ਜਿਹੀ ਗੱਲ ਦਾ? ਤੁਸੀਂ ਕਿੱਡਾ ਵੱਡਾ ਇਸ਼ੂ ਬਣਾ ਲਿਆ। ਫਿਰ ਨਿਹਾਲ ਸਿੰਘ ਤੋਂ ਬਰਦਾਸ਼ਤ ਨਾ ਹੋਇਆ ਤੇ ਉਸ ਨੂੰ ਬਹੁਤ ਕ੍ਰੋਧ ਆਇਆ। ਉਸ ਨੇ ਆਪਣੇ ਪੁੱਤਰ ਨੂੰ ਕਿਹਾ, ਵਾਹ ਬਈ ਵਾਹ ਪੁੱਤਰ ਜੀ, ਤੇਰੀ ਮਾਂ ਨੂੰ ਕੰਮ ਵਾਲੀ ਬਾਈ ਬਣਾ ਦਿੱਤਾ ਗਿਆ ਤੇ ਤੇਰੇ ਲਈ ਇਹ ਇੱਕ ਨਿੱਕੀ ਜਿਹੀ ਗੱਲ ਆ। ਮਾਫ਼ ਕਰਿਓ ਪੁੱਤਰ ਜੀ, ਹੁਣ ਤੱਕ ਸਭ ਕੁਝ ਚੁੱਪਚਾਪ ਸਹਿਣ ਕਰ ਰਹੇ ਸਾਂ, ਪਰ ਹੁਣ ਨਹੀਂ। ਇਹ ਸਭ ਕੁਝ ਸਹਿਣ ਨਹੀਂ ਹੁੰਦਾ। ਜੇਕਰ ਹੁਣ ਅਸੀਂ ਇੱਕ ਪਲ ਵੀ ਇਸ ਘਰ ਵਿੱਚ ਰੁਕੇ ਤਾਂ ਇਸ ਨਾਲ ਮੇਰੀ ਪਤਨੀ ਦਾ ਅਪਮਾਨ ਹੋਵੇਗਾ। ਕਹਿੰਦੇ ਹੋਏ ਨੇ ਆਪਣੀ ਪਤਨੀ ਨਾਲ ਸਾਰਾ ਸਮਾਨ ਪੈਕ ਕਰਵਾਉਣ ਲੱਗਾ, ਇਹ ਸੋਚ ਕੇ ਕਿ ਬੱਚੀ ਦਾ ਮੋਹ ਉਹਨਾਂ ਨੂੰ ਰੋਕ ਨਾ ਲਵੇ। ਉਸ ਨੂੰ ਦੂਰ ਤੋਂ ਹੀ ਦੇਖ ਕੇ ਚੁੱਪਚਾਪ ਘਰੋਂ ਚਲੇ ਗਏ। ਜਿਸ ਨੂੰਹ ਦੀ ਉਸ ਨੇ ਇੰਨੀ ਸੇਵਾ ਕੀਤੀ ਸੀ, ਉਸ ਸਮੇਂ ਬੇਇੱਜ਼ਤੀ ਦਾ ਇਨਾਮ ਦੇ ਕੇ ਉਹਨਾਂ ਨੂੰ ਘਰੋਂ ਰਵਾਨਾ ਕਰ ਦਿੱਤਾ ਅਤੇ ਉਹਨਾਂ ਦੇ ਆਪਣੇ ਪੁੱਤਰ ਨੇ ਉਹਨਾਂ ਨੂੰ ਰੋਕਿਆ ਤੱਕ ਨਹੀਂ। ਘਰ ਆ ਕੇ ਉਹਨਾਂ ਨੂੰ ਇੱਕ ਹੀ ਪਰੇਸ਼ਾਨੀ ਤੰਗ ਕਰ ਰਹੀ ਸੀ। ਉਮਰ ਦੇ ਇਸ ਪੜਾਅ 'ਤੇ ਜਦ ਬੱਚਿਆਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਆ, ਉਹ ਕਿਵੇਂ ਗੁਜ਼ਾਰਾ ਕਰਨਗੇ? ਉਹਨਾਂ ਨੇ ਤਾਂ ਆਪਣੀ ਸਾਰੀ ਜਮ੍ਹਾਂ ਪੂੰਜੀ ਆਪਣੇ ਪੁੱਤਰ ਦੀ ਪੜ੍ਹਾਈ ਤੇ ਉਸ ਨੂੰ ਸੈਟਲ ਕਰਨ ਵਿੱਚ ਲਗਾ ਦਿੱਤੀ ਸੀ। ਨਿਹਾਲ ਸਿੰਘ ਬਾਹਰੋਂ ਉੱਠ ਕੇ ਆਪਣੇ ਕਮਰੇ ਵਿੱਚ ਜਾਣ ਲੱਗਾ ਤਾਂ ਅਚਾਨਕ ਹੀ ਉਸ ਦੇ ਦਿਲ ਵਿੱਚ ਦਰਦ ਹੋਣ ਲੱਗਿਆ ਤਾਂ ਉਹ ਥੱਲੇ ਡਿੱਗ ਪਿਆ। ਪਰਮਜੀਤ ਨੇ ਘਬਰਾ ਕੇ ਜਲਦੀ ਵਿਸ਼ਾਲ ਨੂੰ ਆਵਾਜ਼ ਮਾਰੀ। ਜਦ ਤੱਕ ਉਹ ਆਏ ਤਦ ਤੱਕ ਨਿਹਾਲ ਸਿੰਘ ਬੇਜਾਨ ਹੋ ਚੁੱਕਿਆ ਸੀ। ਪਰਮਜੀਤ 'ਤੇ ਤਾਂ ਜਿਵੇਂ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ ਸੀ। ਜੀਤਾ ਹੁਣਾਂ ਨੇ ਉਹਨਾਂ ਦੇ ਨੂੰਹ ਪੁੱਤਰ ਨੂੰ ਫੋਨ ਲਗਾ ਕੇ ਦੱਸ ਦਿੱਤਾ। ਦੋਨੋਂ ਜਾਣੇ ਆਏ ਤੇ ਅੰਤਿਮ ਸੰਸਕਾਰ ਤੇ ਲੋਕਾਂਚਾਰੀ ਨਿਭਾ ਕੇ ਚਲੇ ਗਏ। ਆਪਣੀ ਮਾਂ ਦਾ ਹਾਲ ਚਾਲ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਿਆ ਤੇ ਉਹ ਉੱਥੋਂ ਚਲੇ ਗਏ। ਪਰਮਜੀਤ ਬਿਲਕੁਲ ਇਕੱਲੀ ਰਹਿ ਗਈ ਸੀ ਕਿਉਂਕਿ ਜੀਤਾ ਤੇ ਵਿਸ਼ਾਲ ਵੀ ਆਪਣੇ ਘਰ ਚਲੇ ਗਏ। ਉਹਨਾਂ ਨੇ ਆਪਣਾ ਘਰ ਖਰੀਦ ਲਿਆ ਸੀ, ਪਰ ਪਰਮਜੀਤ ਸੋਚ ਰਹੀ ਸੀ ਕਿ ਘਰ ਦਾ ਖਰਚਾ ਕਿਰਾਏ ਤੋਂ ਚੱਲਦਾ ਸੀ ਤੇ ਜੀਤਾ ਹੁਣੀ ਆਪਣੇ ਘਰ ਚਲੇ ਗਏ। ਹੁਣ ਮੇਰਾ ਖਰਚਾ ਕਿਸ ਤਰ੍ਹਾਂ ਚੱਲੇਗਾ? ਇਸ ਤਰ੍ਹਾਂ ਸੋਚ ਰਹੇ ਸੀ, ਨਾਲੇ ਅੰਦਰ ਹੀ ਅੰਦਰ ਰੋ ਰਹੀ ਸੀ। ਨੇੜੇ ਹੋਸਟਲ ਤੋਂ 5-7 ਕੁੜੀਆਂ ਆਈਆਂ ਤੇ ਪਰਮਜੀਤ ਨੂੰ ਕਹਿਣ ਲੱਗੀਆਂ, ਆਂਟੀ ਜੀ, ਤੁਸੀਂ ਸਾਡਾ ਟਿਫਨ ਬਣਾ ਲਿਆ ਕਰੋ। ਤੁਹਾਡੇ ਹੱਥ ਦਾ ਖਾਣਾ ਬਹੁਤ ਸਵਾਦ ਹੁੰਦਾ ਏ। ਪਰ ਪਰਮਜੀਤ ਇਕੱਲੀ ਇੰਨਾ ਬੋਝ ਨਹੀਂ ਸੀ ਚੁੱਕ ਸਕਦੀ। ਉਸ ਨੇ ਜੀਤਾ ਤੋਂ ਮਦਦ ਮੰਗੀ। 2-4 ਦਿਨ ਤਾਂ ਜੀਤਾ ਉਸ ਨਾਲ ਕੰਮ ਕਰਾਉਂਦੀ ਰਹੀ ਤੇ ਉਸ ਦਾ ਕੰਮ ਕਾਫੀ ਚੱਲ ਗਿਆ। ਫਿਰ ਉਸ ਨੇ 2 ਕੁੜੀਆਂ ਰੱਖ ਲਈਆਂ। ਉਸ ਦਾ ਮਕਾਨ ਜਿਹੜਾ ਖਾਲੀ ਸੀ, ਉੱਥੇ ਵੀ ਉਹ ਕਾਲਜ ਦੀਆਂ ਕੁੜੀਆਂ ਰਹਿਣ ਲੱਗ ਪਈਆਂ। ਉਹਨਾਂ ਨੇ ਇੱਕ ਦਿਨ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਤੇ ਵੀਡੀਓ ਅੱਗ ਦੀ ਤਰ੍ਹਾਂ ਵਾਇਰਲ ਹੋ ਗਈ। ਪਰਮਜੀਤ ਦਾ ਕੰਮ ਬਹੁਤ ਜ਼ਿਆਦਾ ਚੱਲ ਪਿਆ ਸੀ। ਉਹ ਵੀਡੀਓ ਨੂੰ ਦੇਖ ਕੇ ਉਸ ਦੇ ਘਰ ਮੂਹਰੇ ਲਾਈਨਾਂ ਹੀ ਲੱਗੀਆਂ ਰਹਿੰਦੀਆਂ ਸੀ ਟਿਫਨ ਵਾਲਿਆਂ ਦੀਆਂ। ਇੱਕ ਦਿਨ ਉਹ ਵੀਡੀਓ ਉਸ ਦੀ ਨੂੰਹ ਨੇ ਦੇਖ ਲਈ। ਉਸ ਦੇ ਘਰ ਮੂਹਰੇ ਲਾਈਨਾਂ ਲੱਗੀਆਂ ਦੇਖ ਕੇ ਉਸ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਹੀ ਰਹਿ ਗਈਆਂ। ਵੀਡੀਓ ਉਸ ਨੇ ਆਪਣੇ ਘਰ ਵਾਲੇ ਨੂੰ ਦਿਖਾਈ। ਕਹਿਣ ਲੱਗੀ, ਤੁਹਾਡੀ ਤੇ ਤਨਖਾਹ ਹੀ ਬਹੁਤ ਘੱਟ ਆ। ਆਪਣੇ ਘਰ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਲ ਨਾਲ ਚੱਲਦਾ ਏ ਤੇ ਮੰਮੀ ਜੀ ਤਾਂ ਬਹੁਤ ਕਮਾ ਰਹੇ ਨੇ।
ਉਹਨਾਂ ਕੋਲ ਤਾਂ ਬਹੁਤ ਪੈਸਾ ਏ, ਕਿਉਂ ਨਾ ਆਪਾਂ ਮੰਮੀ ਜੀ ਕੋਲ ਚਲੇ ਜਾਈਏ। ਹੁਣ ਕਿਹੜਾ ਪਾਪਾ ਜੀ ਹੈਗੇ ਨੇ, ਨਾਲੇ ਉਹਨਾਂ ਦਾ ਇਕੱਲਾਪਨ ਦੂਰ ਹੋ ਜਾਊ। ਕਰਮਜੀਤ ਵੀ ਆਪਣੇ ਘਰਵਾਲੀ ਦੇ ਪਿੱਛੇ ਲੱਗ ਅਗਲੇ ਹੀ ਦਿਨ ਟ੍ਰੇਨ ਚੜ੍ਹੇ ਤਾਂ ਆਪਣੀ ਮਾਂ ਦੇ ਘਰ ਚਲੇ ਗਏ। ਉੱਥੇ ਜਾ ਕੇ ਕੀ ਦੇਖਦੇ ਨੇ ਕਿ ਇੰਟਰਵਿਊ ਵਾਲੇ ਆਏ ਹੋਏ ਨੇ ਉਸ ਦੀ ਮਾਂ ਦੇ ਘਰ ਤੇ ਲਾਈਨਾਂ ਲੱਗੀਆਂ ਹੋਈਆਂ ਨੇ ਟਿਫਨ ਵਾਲਿਆਂ ਦੀਆਂ। ਬਹੁਤ ਭੀੜ ਸੀ ਉੱਥੇ ਤੇ ਉਹ ਇੱਕ ਪਾਸੇ ਹੋ ਕੇ ਖਲੋ ਗਏ। ਪਰਮਜੀਤ ਨੇ ਉਹਨਾਂ ਨੂੰ ਦੇਖ ਲਿਆ ਸੀ, ਪਰ ਦੇਖ ਕੇ ਵੀ ਨਜ਼ਰ ਅੰਦਾਜ਼ ਕੀਤਾ। ਜਦੋਂ ਥੋੜੀ ਭੀੜ ਘੱਟ ਹੋਈ ਤਾਂ ਉਹਨਾਂ ਨੇ ਜਾ ਕੇ ਆਪਣੀ ਮਾਂ ਦੇ ਪੈਰੀਂ ਹੱਥ ਲਾਏ ਤੇ ਸਤਿ ਸ਼੍ਰੀ ਅਕਾਲ ਬੁਲਾਈ। ਪਰਮਜੀਤ ਨੇ ਵੀ ਚੁੱਪਚਾਪ ਦੋਨਾਂ ਨੂੰ ਆਸ਼ੀਰਵਾਦ ਦਿੱਤਾ ਤੇ ਆਪਣੀ ਪੋਤਰੀ ਨੂੰ ਚੁੱਕ ਕੇ ਪਿਆਰ ਕੀਤਾ। ਬਾਅਦ ਵਿੱਚ ਚੁੱਪਚਾਪ ਆਪਣੇ ਕੰਮ ਵਿੱਚ ਲੱਗ ਗਈ। ਪਿੱਛੇ ਤੋਂ ਕਰਮਜੀਤ ਨੇ ਆਵਾਜ਼ ਮਾਰੀ, ਮੰਮੀ ਜੀ, ਅਸੀਂ ਤਾਂ ਤੁਹਾਡੇ ਕੋਲ ਰਹਿਣ ਵਾਸਤੇ ਆਏ ਹਾਂ, ਸਾਨੂੰ ਮਾफ़ ਕਰ ਦਿਓ। ਪਰ ਪਰਮਜੀਤ ਨੇ ਬਹੁਤ ਕ੍ਰੋਧ ਨਾਲ ਉਹਨਾਂ ਵੱਲ ਦੇਖਿਆ ਤੇ ਕਿਹਾ, ਅੱਛਾ, ਪਰ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੀ। ਇਸ ਬੁਢਾਪੇ ਵਿੱਚ ਮੈਂ ਇੱਜ਼ਤਦਾਰ ਲੋਕਾਂ ਵਾਂਗ ਰਹਿਣਾ ਚਾਹੁੰਦੀ ਹਾਂ, ਕਿਸੇ ਦੇ ਘਰ ਦੀ ਕੰਮ ਵਾਲੀ ਬਾਈ ਬਣ ਕੇ ਨਹੀਂ। ਹੁਣ ਇਹ ਲੋਕ ਹੀ ਮੇਰਾ ਪਰਿਵਾਰ ਹਨ, ਪਰ ਮਾਂ, ਇਸ ਘਰ 'ਤੇ ਸਾਡਾ ਵੀ ਕੁਝ ਹੱਕ ਆ। ਕੁਦਰਤ ਨੇ ਕਿਹਾ, ਅਸੀਂ ਤੁਹਾਡੇ ਲਈ ਉਸ ਦਿਨ ਹੀ ਮਰ ਗਏ ਸਾਂ ਜਿਸ ਦਿਨ ਤੁਸੀਂ ਸਾਨੂੰ ਬੇਇੱਜ਼ਤ ਕਰਕੇ ਆਪਣੇ ਘਰੋਂ ਜਾਣ ਲਈ ਕਿਹਾ ਸੀ। ਤੁਸੀਂ ਬਹੁਤ ਦੂਰੋਂ ਆਏ ਹੋ, ਥੱਕ ਗਏ ਹੋਵੋਗੇ, ਥੋੜ੍ਹਾ ਬਹੁਤਾ ਆਰਾਮ ਕਰੋ ਤੇ ਕੁਝ ਖਾ ਪੀ ਲਿਓ। ਤੁਹਾਨੂੰ ਭੁੱਖ ਲੱਗੀ ਹੋਵੇਗੀ, ਰਸਤੇ ਦੇ ਲਈ ਵੀ ਤੁਹਾਡੇ ਲਈ ਟਿਫਨ ਪੈਕ ਕਰਵਾ ਦਿੰਦੀ ਹਾਂ। ਇੰਨਾ ਕਹਿ ਪਰਮਜੀਤ ਆਪਣੇ ਕੰਮ ਵਿੱਚ ਮਸਤ ਹੋ ਗਈ, ਪਰ ਨੂੰਹ ਪੁੱਤਰ ਪਰਮਜੀਤ ਦੇ ਪੈਰਾਂ ਵਿੱਚ ਡਿੱਗ ਗਏ ਤੇ ਉਹਨਾਂ ਦੀਆਂ ਅੱਖਾਂ ਵਿੱਚ ਅਜੇ ਵੀ ਲਾਲਚ ਦੀ ਪੱਟੀ ਵੱਜੀ ਹੋਈ ਸੀ। ਪਰ ਪਰਮਜੀਤ ਇੱਕ ਨਾ ਸੁਣੀ ਉਹਨਾਂ ਦੀ ਤੇ ਉਹ ਚੁੱਪਚਾਪ ਉੱਥੋਂ ਚਲੇ ਗਏ। ਅੱਜ ਪਰਮਜੀਤ ਦੇ ਚਿਹਰੇ 'ਤੇ ਸੰਤੁਸ਼ਟੀ ਦੇ ਭਾਵ ਅਤੇ ਮਾਣ ਭਰੀ ਮੁਸਕਰਾਹਟ ਸੀ।